ਸਤਨਾਮ ਸ੍ਰੀ ਵਾਹਿਗੁਰੂ ਜੀ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨ ਅੰਤ। ਤਿੱਥੈ ਲੋ ਅਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਸੱਚਖੰਡ ਵਸੈ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਪ ਸੰਗਤਾਂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਪਾਵਨ ਅੰਮ੍ਰਿਤ ਰੂਪ ਬਾਣੀ, ਜਿਸ ਨੂੰ ਸਭ ਤੋਂ ਪਹਿਲਾ ਅਸਥਾਨ ਸਤਿਗੁਰੂ ਨੇ ਆਪ ਬਖਸ਼ਿਸ਼ ਕੀਤਾ ਹੈ, ਜਿਸ ਨੂੰ ਪ੍ਰਧਾਨ ਬਾਣੀ ਵੀ ਆਖਿਆ ਜਾਂਦਾ ਹੈ। ਕਹਿਣ ਤੋਂ ਮੁਰਾਦ ਜਪਜੀ ਸਾਹਿਬ ਜੀ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਇਸ ਜਪਜੀ ਸਾਹਿਬ ਬਾਣੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਮਤਿ ਦੇ ਅਨੇਕ ਪੱਖਾਂ ਤੋਂ ਭਰਪੂਰ ਰੋਸ਼ਨੀ ਪਾਈ ਹੈ। ਜੇ ਇਹ ਕਹਿ ਦਿੱਤਾ ਜਾਵੇ ਸਤਿਗੁਰੂ ਨੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ, ਇਹ ਕੋਈ ਅਤਕਥਨੀ ਨਹੀਂ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬਾਣੀ ਦੇ ਆਰੰਭ ਦੇ ਵਿੱਚ ਮੂਲ ਮੰਤਰ ਉਚਾਰਨ ਕੀਤਾ ਹੈ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ, ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਮੂਲ ਮੰਤਰ ਦੇ ਅੰਦਰ ਸਾਹਿਬ ਸਤਿਗੁਰੂ ਨੇ ਆਪਣੇ ਇਸ਼ਟ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ
ਉਹਦੇ ਸਰੂਪ ਤਟਸਥੀ ਲੱਛਣਾਂ ਦਾ ਜ਼ਿਕਰ ਕੀਤਾ ਹੈ। ਉਹ ਵਾਹਿਗੁਰੂ ਕਿਹੋ ਜਿਹਾ ਹੈ, ਕਿਵੇਂ ਮਿਲਦਾ ਹੈ, ਸਾਰਾ ਕੁਝ ਮੂਲ ਮੰਤਰ ਦੇ ਅੰਦਰ ਹੀ ਸਤਿਗੁਰੂ ਨੇ ਦੱਸ ਦਿੱਤਾ ਹੈ। ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਅਦਵੈਤ ਹੈ, ਅਦੁੱਤੀ ਹੈ, ਲਾਸਾਨੀ ਹੈ, ਬੇਮਿਸਾਲ ਹੈ, ਕੋਈ ਉਸ ਵਰਗਾ ਹੋਰ ਦੂਜਾ ਨਹੀਂ। ਉਹ ਅਕਾਲ ਪੁਰਖ ਵਾਹਿਗੁਰੂ ਸਰਬ ਦਾ ਪ੍ਰਕਾਸ਼ਕ ਹੈ, ਤ੍ਰਈ ਕਾਲ ਆਬਾਦ ਸਰੂਪ, ਪ੍ਰਸਿੱਧ ਸਰੂਪ ਹੈ, ਸਿਰਜਣਹਾਰ ਤੇ ਵਿਆਪਕ ਹੈ, ਭੈ ਤੋਂ ਰਹਿਤ, ਵੈਰ ਤੋਂ ਵੀ ਨਿਰਲੇਪ ਹੈ, ਕਾਲ ਤੋਂ ਰਹਿਤ ਉਸ ਦੀ ਹਸਤੀ ਹੈ, ਕਦੇ ਉਹ ਜੂਨਾਂ ਵਿੱਚ ਨਹੀਂ ਆਉਂਦਾ, ਸੁਤੇ ਪ੍ਰਕਾਸ਼ ਰੂਪ ਹੈ। ਮਿਲਦਾ ਕਿਵੇਂ ਹੈ? ਗੁਰ ਪ੍ਰਸਾਦ। ਸਤਿਗੁਰੂ ਦਾ ਦੋ ਟੁਕ ਫੈਸਲਾ ਕੀਤਾ ਗਿਆ ਕਿ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦਾ ਹੈ। ਇਸ ਲਈ ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਤੁਸੀਂ ਇਸ ਮੂਲ ਮੰਤਰ ਦਾ ਜਾਪ ਤੇ ਅਭਿਆਸ ਕਰੋ। ਜਦੋਂ ਤੁਸੀਂ ਇਸ ਮੂਲ ਮੰਤਰ ਨੂੰ ਜਪੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤਿੰਨੇ ਕਾਲਾਂ ਦੇ ਅੰਦਰ ਜੁਗਾਦ ਜੋ ਸੰਧੀ ਕਾਲ ਹੈ ਉਹਦੇ ਵਿੱਚ ਵੀ ਪਰਿਪੂਰਨ ਹੋ ਰਿਹਾ ਹੈ। ਜਦੋਂ ਇਸ ਗੱਲ ਦਾ ਪਤਾ ਲੱਗ ਜਾਵੇਗਾ ਫਿਰ ਇਹਦੇ ਉੱਤੇ ਹੋਰ ਅਨੇਕਾਂ ਵਿਚਾਰਾਂ ਹੋ ਸਕਦੀਆਂ ਨੇ, ਪਰ ਸਭ ਤੋਂ ਜ਼ਰੂਰੀ ਤੇ ਸਭ ਤੋਂ ਮੁੱਖ ਪ੍ਰਸ਼ਨ ਇਹ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਸ ਨੂੰ ਆਦ ਸੱਚ ਜੁਗਾਦ ਸੱਚ ਆਖਿਆ ਹੈ ਉਹ ਰਹਿੰਦਾ ਕਿੱਥੇ ਹੈ? ਅਕਸਰ ਇਹ ਸਵਾਲ ਆਮ ਹੀ ਲੋਕ ਕਰ ਦਿੰਦੇ ਹਨ, ਸਾਨੂੰ ਇਹ ਦੱਸੋ ਉਹ ਅਕਾਲ ਪੁਰਖ ਵਾਹਿਗੁਰੂ ਰਹਿੰਦਾ ਕਿੱਥੇ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਵੀ ਸਿੱਧਾਂ ਨੇ, ਜਗਿਆਸੂਆਂ ਨੇ, ਗੁਰਸਿੱਖਾਂ ਨੇ ਪ੍ਰਸ਼ਨ ਕੀਤਾ ਹੈ ਕਿ ਮਹਾਰਾਜ ਸਾਨੂੰ ਇਹ ਦੱਸੋ ਉਹ ਵਾਹਿਗੁਰੂ ਰਹਿੰਦਾ ਕਿੱਥੇ ਹੈ? ਉਸ ਵਾਹਿਗੁਰੂ ਪਰਮੇਸ਼ਰ ਦੇ ਟਿਕਾਣੇ ਦਾ ਨਾਮ ਕੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਦੇ ਅਖੀਰ ਦੇ ਉੱਪਰ 5 ਖੰਡਾਂ ਦਾ ਨਿਰਣਾ ਕੀਤਾ ਹੈ। ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ। ਅਖੀਰ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਪਸ਼ਟ ਫੈਸਲਾ ਕਰ ਦਿੱਤਾ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸਦਾ ਹੈ ਉਸ ਦਾ ਨਾਮ ਸੱਚਖੰਡ ਹੈ। ਸੱਚਖੰਡ ਦਾ ਅਖਰੀ ਅਰਥ ਹੈ ਸੱਚਾ ਅਸਥਾਨ, ਸदैवी ਟਿਕਾਣਾ ਜੋ ਕਦੀ ਨਾਸ ਨਹੀਂ ਹੁੰਦਾ। ਅਮਰ ਤੇ ਅਬਨਾਸ਼ੀ ਸਰੂਪ ਮੰਡਲ ਨੂੰ ਸਤਿਗੁਰੂ ਨੇ ਸੱਚਖੰਡ ਦਾ ਨਾਮ ਦਿੱਤਾ ਹੈ। ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਹਾਂ, ਗੁਰਬਾਣੀ ਅੰਦਰ ਭਗਤਾਂ ਦੀ ਬਾਣੀ ਵੀ ਦਰਜ ਹੈ।
ਉਹਨਾਂ ਭਗਤਾਂ ਨੇ ਵੀ ਵਾਹਿਗੁਰੂ ਪਰਮੇਸ਼ਰ ਦੇ ਟਿਕਾਣੇ ਬਾਰੇ, ਉਹਦੇ ਅਸਥਾਨ ਦੇ ਬਾਰੇ ਸਾਨੂੰ ਚਾਨਣਾ ਪਾਇਆ ਹੈ। ਭਗਤ ਰਵਿਦਾਸ ਜੀ ਦਾ ਇੱਕ ਬੜਾ ਸੁੰਦਰ ਸ਼ਬਦ ਆਉਂਦਾ ਹੈ, ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਆਂਦੋਹ ਨਹੀਂ ਤਿਹ ਠਾਓ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਵਮੈ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਇਸ ਪਾਵਨ ਸ਼ਬਦ ਦੇ ਅੰਦਰ ਭਗਤ ਰਵਿਦਾਸ ਜੀ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਟਿਕਾਣੇ ਨੂੰ, ਉਹਦੇ ਅਸਥਾਨ ਨੂੰ ਬੇਗਮਪੁਰੇ ਦਾ ਨਾਮ ਦਿੱਤਾ ਹੈ। ਮੁਸਲਮਾਨਾਂ ਨੇ ਉਸ ਨੂੰ ਬਹਿਸ਼ਤ ਆਖਿਆ ਹੈ। ਹਿੰਦੂ ਧਰਮ ਗ੍ਰੰਥਾਂ ਵਾਲਿਆਂ ਨੇ ਉਸ ਨੂੰ ਬੈਕੁੰਠ ਦਾ ਨਾਮ ਦਿੱਤਾ ਹੈ, ਪਰ ਸਤਿਗੁਰੂ ਨੇ ਉਸ ਨੂੰ ਸੱਚਖੰਡ ਦਾ ਨਾਮ ਦਿੱਤਾ ਹੈ, ਕਿਉਂਕਿ ਸੱਚਖੰਡ ਦਾ ਮਤਲਬ ਹੀ ਇਹ ਹੈ, ਉਹ ਅਸਥਾਨ, ਉਹ ਮੁਕਾਮ, ਉਹ ਟਿਕਾਣਾ ਜਿਹੜਾ ਕਦੀ ਨਾਸ ਹੋਣ ਵਾਲਾ ਹੀ ਨਹੀਂ। ਇੰਨਾ ਢੁਕਵਾਂ ਸ਼ਬਦ ਵਾਹਿਗੁਰੂ ਦੇ ਅਸਥਾਨ ਬਾਰੇ ਹੋਰ ਕਿਸੇ ਨੇ ਵੀ ਨਹੀਂ ਦਿੱਤਾ ਤੇ ਨਾ ਹੀ ਕੋਈ ਦੇ ਸਕਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਉਸ ਵਿਆਪਕ ਅਨੁਭਵ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ, ਜਦੋਂ ਕੋਈ ਬਹਿਸ਼ਤ ਦਾ ਨਾਮ ਲੈਂਦਾ ਹੈ, ਸਵਰਗ ਦਾ ਨਾਮ ਲੈਂਦਾ ਹੈ, ਤਾਂ ਦੇਵਤਿਆਂ ਦੀਆਂ ਸ਼ਕਲਾਂ ਤੇ ਉਥੋਂ ਦੇ ਪਦਾਰਥਾਂ ਦੇ ਰਮਣੀਕ ਰੰਗ ਰੂਪ ਸਾਡੇ ਦਿਲ ਦਿਮਾਗ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੇ ਬਹਿਸ਼ਤਾਂ ਦਾ ਨਕਸ਼ਾ ਹੀ ਕੁਝ ਐਸਾ ਉਹ ਲਿਖਿਆ ਹੈ। ਬਹਿਸ਼ਤਾਂ ਦੇ ਵਿੱਚ ਜਦੋਂ ਮਨੁੱਖ ਚਲਿਆ ਜਾਂਦਾ ਹੈ, ਉੱਥੇ ਪਰੀਆਂ ਨੇ, ਉੱਥੇ ਅਨੇਕਾਂ ਸੁੱਖ ਨੇ। ਸਵਰਗਾਂ ਦੇ ਵਿੱਚ ਵੀ ਅਜਿਹਾ ਕੁਝ ਲਿਖਿਆ ਹੋਇਆ ਹੈ, ਔਰ ਉੱਥੇ ਜਾ ਕੇ ਸਾਡੀ ਸੁਰਤ ਕਦੇ ਵੀ ਇਕਾਗਰ ਨਹੀਂ ਰਹਿ ਸਕਦੀ। ਜਦੋਂ ਬੈਕੁੰਠ ਦੀ ਗੱਲ ਆ ਜਾਂਦੀ ਹੈ ਔਰ ਉੱਥੇ ਸਰਗੁਣ ਸਰੂਪ ਧਾਰਨ ਕਰਕੇ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਦੱਸਿਆ ਜਾਂਦਾ ਹੈ, ਹਿੰਦੂ ਧਰਮ ਗ੍ਰੰਥਾਂ ਦੇ ਵਿੱਚ ਉਸ ਦਾ ਸਰੂਪ ਵਰਣਨ ਕੀਤਾ ਗਿਆ ਹੈ। ਉਹ ਚਤੁਰਭੁਜੀ ਹੈ, ਉਸ ਦੀਆਂ 4 ਬਾਹਾਂ ਨੇ ਅਤੇ ਉਹਦੇ ਸਿਰ ਉੱਤੇ ਮੋਰਾਂ ਦੇ ਖੰਭਾਂ ਦਾ ਤਾਜ ਹੈ। ਪੀਲੇ ਬਸਤਰ ਨੇ, ਗਲ ਦੇ ਵਿੱਚ ਬਜੰਤੀ ਮਾਲਾ ਪਾਈ ਹੋਈ ਹੈ, ਸਾਂਵਲਾ ਰੰਗ ਹੈ, ਨੇਤਰ ਕਮਲ ਵਰਗੇ ਨੇ। ਉਹ ਸਾਰਾ ਸਰੂਪ ਉੱਥੇ ਵਰਣਨ ਕੀਤਾ ਹੈ। ਜਦੋਂ ਬੈਕੁੰਠ ਦੀ ਗੱਲ ਹੁੰਦੀ ਹੈ, ਉਹ ਸਰਗੁਣ ਸਰੂਪ ਸਾਹਮਣੇ ਯਾਦ ਆਉਂਦਾ ਹੈ, ਪਰ ਨਿਰੰਕਾਰ ਦੀ ਯਾਦ ਫਿਰ ਵੀ ਨਹੀਂ ਆਉਂਦੀ। ਤੇ ਜਦੋਂ ਸੱਚਖੰਡ ਦਾ ਨਾਮ ਲਿਆ ਜਾਂਦਾ ਹੈ, ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਦੀ, ਨਿਰੰਕਾਰ ਦੀ ਯਾਦ ਸਾਡੇ ਮਨ ਦੇ ਵਿੱਚ ਆਉਂਦੀ ਹੈ। ਉਹਦਾ ਸਰੂਪ, ਉਹਦੀ ਹਸਤੀ ਕਿਹੋ ਜਿਹੀ ਹੈ, ਉਸ ਪਾਸੇ ਸਾਡਾ ਖਿਆਲ ਚਲਿਆ ਜਾਂਦਾ ਹੈ। ਸਵਰਗ, ਬਹਿਸ਼ਤ, ਬੈਕੁੰਠ, ਇਹ ਸਾਨੂੰ ਸਰਗੁਣ ਅਵਸਥਾ ਦੇ ਵਿੱਚ ਹੀ ਰੱਖਦੇ ਹਨ, ਪਰ ਸੱਚਖੰਡ ਨਿਰਾਕਾਰ ਅਵਸਥਾ ਦੇ ਵਿੱਚ ਸਾਨੂੰ ਲੈ ਜਾਂਦਾ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਬਈ ਜਿੱਥੇ ਵਾਹਿਗੁਰੂ ਪਰਮੇਸ਼ਰ ਰਹਿੰਦਾ ਹੈ, ਉਸ ਅਸਥਾਨ ਦਾ ਨਾਮ ਸੱਚਖੰਡ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕੇਵਲ ਇਸ ਨੂੰ
ਕਲਪਨਾ ਦੇ ਆਧਾਰ ਤੇ ਹੀ ਨਹੀਂ ਆਖ ਦਿੱਤਾ ਜਾਂ ਲਿਖ ਦਿੱਤਾ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਭਾਈ ਗੁਰਦਾਸ ਨੂੰ ਪੜ੍ਹਦੇ ਹਾਂ, ਸਤਿਗੁਰੂ ਦੀ ਧੁਰ ਕੀ ਬਾਣੀ ਪੜ੍ਹਦੇ ਹਾਂ, ਇਸ ਤੋਂ ਸਾਨੂੰ ਉਹ ਪ੍ਰਮਾਣ ਵੀ ਮਿਲਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਚਖੰਡ ਵੇਖਿਆ ਵੀ ਸੀ, ਉਸ ਦੇ ਪ੍ਰਤੱਖ ਦਰਸ਼ਨ ਦੀਦਾਰੇ ਵੀ ਕੀਤੇ। ਜਨਮ ਸਾਖੀ ਪੜ੍ਹੋ, ਨਾਨਕ ਪ੍ਰਕਾਸ਼ ਪੜ੍ਹੋ, ਸ੍ਰੀ ਗੁਰੂ ਪੰਥ ਪ੍ਰਕਾਸ਼ ਪੜ੍ਹੋ, ਤਵਾਰੀਖ ਗੁਰੂ ਖਾਲਸਾ ਪੜ੍ਹੋ, ਹੋਰ ਸਾਡੇ ਸਿੱਖਾਂ ਦੇ ਇਤਿਹਾਸ ਨੇ ਉਹਨਾਂ ਨੂੰ ਪੜ੍ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ 3 ਵਾਰ ਸੱਚਖੰਡ ਦੇ ਵਿੱਚ ਗਏ। ਇਹ ਇੱਕ ਅਜੀਬ ਗੱਲ ਹੈ। ਸੱਚਖੰਡ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਨੇ ਕੀਤੀ ਵੀ ਨਹੀਂ ਹੈ। ਇਹਦਾ ਮਤਲਬ ਇਹੀ ਹੈ, ਉਹਨਾਂ ਨੇ ਉਸ ਸੱਚਖੰਡ ਨੂੰ ਵੇਖਿਆ ਹੀ ਨਹੀਂ ਸੀ। ਜੇ ਵੇਖਿਆ ਹੁੰਦਾ ਤੇ ਉਸ ਦੀ ਗੱਲ ਹੋ ਸਕਦੀ ਸੀ। ਸੱਚਖੰਡ ਦੇ ਵਿੱਚ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੀ ਗਏ, ਉਸ ਨਿਰੰਕਾਰ ਦੇ ਦੇਸ਼ ਵਿੱਚ। ਨਿਰੰਕਾਰ ਕੈ ਦੇਸ਼ ਜਾਹੇ ਤਾਂ ਸੁਖ ਲਹਿ ਹੈ ਮਹਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਹਿਲੀ ਵਾਰ ਜਦੋਂ ਸੁਲਤਾਨਪੁਰ ਦੇ ਵਿੱਚ ਮੋਦੀ ਖਾਨਾ ਚਲਾ ਰਹੇ ਸਨ, ਅੰਮ੍ਰਿਤ ਵੇਲੇ ਬਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਗਏ, ਜਿੱਥੇ ਗੁਰਦੁਆਰਾ ਬੇਰ ਸਾਹਿਬ ਹੈ। ਉੱਥੇ ਸਤਿਗੁਰੂ ਨੇ ਦਾਤਣ ਕੀਤੀ ਔਰ ਉਹ ਉੱਥੇ ਗੱਡ ਦਿੱਤੀ ਜਿੱਥੋਂ ਬੇਰੀ ਦਾ ਬਿਰਛ ਪੈਦਾ ਹੋਇਆ। ਔਰ ਉੱਥੇ ਸਤਿਗੁਰੂ ਨੇ ਇਸ਼ਨਾਨ ਕਰਨ ਦੇ ਲਈ ਜਦੋਂ ਬਈ ਨਦੀ ਵਿੱਚ ਚੁੱਭਾ ਮਾਰਿਆ ਤਾਂ ਇਤਿਹਾਸ ਦੱਸਦਾ ਹੈ, ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਦਾ ਸੰਦੇਸ਼ ਮਿਲਿਆ। ਵਰਨ ਦੇਵਤਾ ਸਤਿਗੁਰੂ ਦੇ ਕੋਲ ਆਇਆ, ਉਸ ਨੇ ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਸੱਚਖੰਡ ਦੇ ਵਿੱਚ ਬੁਲਾਇਆ ਗਿਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਹੀ ਚੁੱਭੀ ਮਾਰ ਕੇ ਫਿਰ ਬਾਹਰ ਨਹੀਂ ਆਏ, ਸਿੱਧੇ ਸੱਚਖੰਡ ਵਿੱਚ ਚਲੇ ਗਏ ਔਰ ਉੱਥੇ ਜਾ ਕੇ ਉਸ ਅਕਾਲ ਪੁਰਖ ਦੇ ਦਰਸ਼ਨ ਦੀਦਾਰ ਕੀਤੇ ਤੇ ਮੂਲ ਮੰਤਰ ਗੁਰ ਮੰਤਰ ਤੁਰਦਰਗਾਹ ਤੋਂ ਪ੍ਰਾਪਤ ਕੀਤਾ। ਤੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਗੇ ਸੋਦਰ ਰਹਿਰਾ ਸਾਹਿਬ ਜੀ ਵਾਲਾ ਆਵੇਗਾ, ਇਹ ਵੀ ਉੱਥੇ ਸੱਚਖੰਡ ਦੇ ਵਿੱਚ ਉਚਾਰਨ ਕੀਤਾ, ਕਿਉਂਕਿ ਸਾਹਮਣੇ ਸਾਰਾ ਨਕਸ਼ਾ ਵੇਖ ਰਹੇ ਸਨ। ਫਿਰ ਦੂਸਰੀ ਵਾਰ ਜ਼ਿਕਰ ਆਉਂਦਾ ਹੈ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਮੇਰ ਪਰਬਤ ਤੇ ਗਏ, ਉਸ ਤੋਂ ਅੱਗੇ ਜਿਹੜੇ ਹੋਰ ਰੂਹਾਨੀ ਮੰਡਲ ਸਨ ਉਹਨਾਂ ਦੇ ਵਿੱਚ ਵੀ ਗਏ। ਪ੍ਰਹਿਲਾਦ ਭਗਤ ਨੂੰ ਮਿਲੇ, ਅਨੇਕਾਂ ਰਿਸ਼ੀਆਂ ਮੁਨੀਆਂ ਮਹਾਂਪੁਰਖਾਂ ਨੂੰ ਮਿਲੇ। ਆਖਿਰ ਧਰੂ ਭਗਤ ਦੇ ਪਾਸ ਧਰੂ ਮੰਡਲ ਵਿੱਚ ਗਏ ਨੇ ਔਰ ਉੱਥੇ ਭਾਈ ਮਰਦਾਨੇ ਨੂੰ ਛੱਡ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਿਲਕੁਲ ਤਨਹਾ, ਬਿਲਕੁਲ ਇਕੱਲੇ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਗਏ। ਇਹ ਇਤਿਹਾਸਕ ਤੱਥ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਵੀ ਉਸ ਅਕਾਲ ਪੁਰਖ ਦੇ ਦਰਸ਼ਨ ਦੀਦਾਰ ਕਰਕੇ ਹੀ ਮੁੜੇ। ਆਉਣ ਤੋਂ ਭਾਈ ਬਾਲੇ ਤੇ ਮਰਦਾਨੇ ਨੇ ਪੁੱਛਿਆ ਸੀ, ਸੱਚੇ ਪਾਤਸ਼ਾਹ ਜਿੱਥੇ ਆਪ ਜੀ ਗਏ ਸਾਓ ਉਹ ਅਸਥਾਨ ਦਾ ਨਾਮ ਕੀ ਹੈ? ਤਾਂ ਸਤਿਗੁਰੂ ਨੇ ਆਖਿਆ, ਉਸ ਦਾ ਨਾਮ ਹੈ ਸੱਚਖੰਡ। ਇਥੋਂ ਕਿਤਨੇ ਕੁ ਦੂਰ ਹੈ? ਸਤਿਗੁਰੂ ਦਾ ਜਵਾਬ ਸੀ, ਉਹਨੂੰ ਕੋਹਾਂ ਦੇ ਨਾਲ, ਮੀਲਾਂ ਦੇ ਨਾਲ, ਯੋਜਨਾ ਦੇ ਨਾਲ ਮਿਣਿਆ ਨਹੀਂ ਜਾ ਸਕਦਾ। ਅਤ ਉੱਚਾ ਤਾਂਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਤੀਜੀ ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ
ਜਦੋਂ ਅੰਤਲਾ ਸਮਾਂ ਆਇਆ ਉਸ ਵੇਲੇ ਸੰਦੇਹ ਹੀ ਵਾਹਿਗੁਰੂ ਪਰਮੇਸ਼ਰ ਦੇ ਸੱਚਖੰਡ ਵਿੱਚ ਗਏ। ਨਾਨਕ ਪ੍ਰਕਾਸ਼ ਪੜ੍ਹੋ, ਪੁਰਾਤਨ ਇਤਿਹਾਸ ਪੜ੍ਹੋ, ਉਹਨਾਂ ਵਿੱਚ ਇਹ ਸਾਰੀਆਂ ਗੱਲਾਂ ਲਿਖੀਆਂ ਮਿਲਦੀਆਂ ਨੇ। ਕੁਛ ਨਵੇਂ ਇਤਿਹਾਸਕਾਰ ਨੇ, ਉਹਨਾਂ ਨੇ ਤੇ ਇਹਨਾਂ ਗੱਲਾਂ ਨੂੰ ਸ਼ਾਇਦ ਨਾ ਹੀ ਲਿਖਿਆ ਹੋਵੇ, ਪਰ ਸਾਡੇ ਕੋਲੇ ਪੁਖਤਾ ਗਵਾਹੀਆਂ ਨੇ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ 2 ਵਾਰ ਪਹਿਲਾਂ ਤੇ 1 ਵਾਰ ਅੰਤਲੇ ਸਮੇਂ ਵਾਹਿਗੁਰੂ ਦੇ ਸੱਚਖੰਡ ਵਿੱਚ ਗਏ। ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਪਸ ਮੁੜ ਕੇ ਨਹੀਂ ਆਏ ਤੇ ਆਪਣੀ ਗੁਰੂ ਜੋਤ ਗੁਰੂ ਅੰਗਦ ਦੇ ਮਹਾਰਾਜ ਦੇ ਵਿੱਚ ਲੀਨ ਕਰ ਦਿੱਤੀ। ਹੁਣ ਇੱਥੇ ਸੱਚਖੰਡ ਦਾ ਵਿਚਾਰ ਆਰੰਭ ਹੋ ਰਿਹਾ ਹੈ। ਇਸ ਦੇ ਨਾਲ ਹੀ ਜਿਹੜੇ ਆਤਮਿਕ ਖੇਤਰ ਦੇ ਵਿੱਚ ਵਿਚਰਨ ਵਾਲੇ ਮਹਾਂਪੁਰਖ ਨੇ, ਉਹਨਾਂ ਨੇ ਇਹਨਾਂ ਸਾਰੇ ਖੰਡਾਂ ਦਾ ਜਿਵੇਂ ਜਿਵੇਂ ਅਧਿਐਨ ਕੀਤਾ ਹੈ ਜਾਂ ਆਪਣੇ ਅਮਲੀ ਤਜਰਬੇ ਦੁਆਰਾ ਇਹਨਾਂ ਨੂੰ ਜਾਣਨ ਤੇ ਸਮਝਣ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਇੱਕ ਤੱਥ ਹੋਰ ਵੀ ਸਾਡੇ ਸਾਹਮਣੇ ਰੱਖਿਆ ਹੈ। ਜਿਹੜੇ ਪਹਿਲੇ 4 ਖੰਡ ਨੇ, ਧਰਮ ਖੰਡ ਦਾ ਸੰਬੰਧ ਇਸ ਮਾਤਲੋਕ ਦੀ ਧਰਤੀ ਨਾਲ ਹੈ। ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਮ ਕਮਾਉਣ ਦੀ ਜਗ੍ਹਾ ਹੈ, ਮਾਤਲੋਕ ਦੀ ਧਰਤੀ, ਅਤੇ ਇਸ ਦਾ ਸੰਬੰਧ ਇਸ ਦੁਨੀਆ ਦੇ ਨਾਲ ਹੈ। ਇਸ ਤੋਂ ਅੱਗੇ ਗਿਆਨ ਖੰਡ ਆ ਜਾਂਦਾ ਹੈ। ਜਿਹੜਾ ਗਿਆਨ ਖੰਡ ਹੈ ਉਸ ਦਾ ਸੰਬੰਧ ਸਾਡੀ ਬੁੱਧੀ ਦੇ ਨਾਲ ਹੈ। ਬੁੱਧੀ ਸੂਖਸ਼ਮ ਹੈ, ਕਿਉਂਕਿ ਗਿਆਨ ਦਾ ਸੰਬੰਧ ਹੈ ਹੀ ਸਾਡੀ ਬੁੱਧੀ ਨਾਲ ਹੈ। ਗਿਆਨ ਦੀ ਸ਼ਕਤੀ ਸਾਡੇ ਸਰੀਰ ਵਿੱਚ ਨਹੀਂ, ਬੁੱਧੀ ਦੇ ਅੰਦਰ ਹੈ, ਅੰਤःਕਰਨ ਦੇ ਅੰਦਰ ਹੈ। ਇਸ ਲਈ ਧਰਮਖੰਡ ਦਾ ਸੰਬੰਧ ਇਸ ਦੁਨੀਆ ਦੇ ਨਾਲ ਹੈ ਤੇ ਗਿਆਨ ਖੰਡ ਦਾ ਸੰਬੰਧ ਸਾਡੀ ਬੁੱਧੀ ਦੇ ਨਾਲ ਹੈ, ਨਿਰਮਲ ਬੁੱਧੀ ਦੇ ਨਾਲ, ਆਤਮ ਵਿਸ਼ੈਣੀ ਬੁੱਧੀ ਦੇ ਨਾਲ। ਅਤੇ ਜਿੱਥੋਂ ਤੱਕ ਸਰਮਖੰਡ ਦੀ ਗੱਲ ਹੈ, ਜਿਹੜਾ ਸਰਮਖੰਡ ਹੈ ਉਸ ਦਾ ਸੰਬੰਧ ਸਾਡੀ ਮਨ ਦੀ ਸ਼ਾਂਤ ਅਵਸਥਾ ਦੇ ਨਾਲ ਹੈ। ਜਦੋਂ ਮਨ ਦੇ ਸਾਰੇ ਫੁਰਨੇ, ਸਾਰੀਆਂ ਵਾਸ਼ਨਾਵਾਂ ਖੈ ਹੋ ਜਾਂਦੀਆਂ ਨੇ ਤੇ ਉਸ ਵੇਲੇ ਸਾਡੀ ਸੁਰਤ ਗਿਆਨ ਖੰਡ ਤੋਂ ਉੱਪਰ ਐਸੇ ਆਨੰਦਮਈ ਖੰਡ ਦੇ ਵਿੱਚ ਪਹੁੰਚ ਜਾਂਦੀ ਹੈ, ਤਿੱਥੈ ਨਾਦ ਬਿਨੋਦ ਕੋਡ ਆਨੰਦ, ਜਿੱਥੇ ਬ੍ਰਹਮੰਡੀ ਕੀਰਤਨ ਦੀਆਂ ਧੁਨਾਂ, ਸਰਗੁਣ ਸਰੂਪ ਦੇ ਪ੍ਰਤੱਖ ਦਰਸ਼ਨ ਦੀਦਾਰੇ ਤੇ ਨਾਲ ਹੀ ਚਾਰਨ ਛੋਹ ਪ੍ਰਾਪਤ ਕਰਨ ਦਾ ਆਨੰਦ, ਇਹ ਸਾਰੇ ਉੱਥੇ ਸ਼ਰਮਖੰਡ ਦੇ ਵਿੱਚ ਪ੍ਰਾਪਤ ਹੁੰਦੇ ਹਨ। ਇਹਦਾ ਸੰਬੰਧ ਸਾਡੀ ਰੂਹਾਨੀਅਤ ਨਾਲ ਹੈ, ਆਤਮਿਕ ਮੰਡਲ ਦੇ ਨਾਲ ਹੈ। ਅੱਗੇ ਇਸ ਤੋਂ ਆ ਜਾਂਦਾ ਹੈ ਕਰਮਖੰਡ। ਕਰਮਖੰਡ ਵਾਹਿਗੁਰੂ ਦੀ ਬਖਸ਼ਿਸ਼ ਦਾ ਦੇਸ਼ ਹੈ। ਜਦੋਂ ਆਤਮਿਕ ਅਵਸਥਾ ਹੋਰ ਬੁਲੰਦੀਆਂ ਤੇ ਪਹੁੰਚਦੀ ਹੈ, ਜਿੱਥੋਂ ਅੱਗੇ ਜਾ ਕੇ ਕੇਵਲ ਵਾਹਿਗੁਰੂ ਪਰਮੇਸ਼ਰ ਦਾ ਦੇਸ਼ ਹੀ ਰਹਿ ਜਾਂਦਾ ਹੈ, ਹੋਰ ਕੋਈ ਵਿੱਚ ਵਿਚਾਲੇ ਕੋਈ ਸਪੇਸ ਨਹੀਂ, ਕੋਈ ਗੈਪ ਨਹੀਂ, ਕੋਈ ਅੰਤਰ, ਕੋਈ ਗੈਪ ਨਹੀਂ। ਉਹ ਹੈ ਕਰਮਖੰਡ ਦੀ ਅਵਸਥਾ। ਕਰਮਖੰਡ ਦੀ ਅਵਸਥਾ ਇਸ ਤਰ੍ਹਾਂ ਦੀ ਹੈ ਬਈ ਜਿਵੇਂ ਕੋਈ ਇੱਕ ਰਾਜੇ ਦਾ ਰੰਗ ਮਹਿਲ ਹੋਵੇ ਤੇ ਉਸ ਦੇ ਨਾਲ ਹੀ ਸਾਹਮਣੇ ਉਸ ਦਾ ਆਪਣਾ ਕੋਈ ਦਰਬਾਰ, ਕੋਈ ਦਫ਼ਤਰ ਬਣਾਇਆ ਹੁੰਦਾ ਹੈ ਔਰ ਉਹਦੇ ਵਿੱਚ ਉਹਦੇ ਅਹਿਲਕਾਰ, ਅਮੀਰ, ਵਜ਼ੀਰ ਸਾਰੇ ਬੈਠੇ ਹੁੰਦੇ ਨੇ ਤੇ ਉਹ ਬਾਦਸ਼ਾਹ ਆਪ ਆਪਣੇ ਮਹਿਲਾਂ ਵਿੱਚ ਹੁੰਦਾ ਹੈ। ਉਸ ਦਾ ਜੀ ਕਰੇ
ਉੱਥੇ ਵੀ ਆ ਜਾਂਦਾ ਹੈ, ਆਪਣੇ ਦਰਬਾਰ ਵਿੱਚ, ਆਪਣੀ ਕਚਹਿਰੀ ਵਿੱਚ, ਆਪਣੇ ਆਫਿਸ ਦੇ ਵਿੱਚ, ਤੇ ਜਦੋਂ ਜੀ ਕਰੇ ਉਹ ਆਪਣੇ ਖਾਸ ਮਹਿਲ ਵਿੱਚ ਵੀ ਚਲਿਆ ਜਾਂਦਾ ਹੈ। ਪਰ ਜਿੱਥੇ ਸੱਚਖੰਡ ਹੈ ਉੱਥੇ ਕੇਵਲ ਅਕਾਲ ਪੁਰਖ ਹੀ ਰਹਿੰਦਾ ਹੈ। ਹਾਂ, ਇੱਕ ਗੱਲ ਜ਼ਰੂਰ ਹੈ, ਜਿਹੜੇ ਭਗਤ ਉਸ ਅਕਾਲ ਪੁਰਖ ਦੇ ਵਿੱਚ ਅਭੇਦ ਹੋਣਾ ਚਾਹੁੰਦੇ ਨੇ, ਵੱਖਰੇ ਨਹੀਂ ਰਹਿਣਾ ਚਾਹੁੰਦੇ, ਤੇ ਫਿਰ ਉਹ ਸੱਚਖੰਡ ਦੇ ਵਿੱਚ ਚਲੇ ਜਾਂਦੇ ਨੇ। ਤੇ ਜਿਹੜਾ ਇੱਕ ਵਾਰੀ ਸੱਚਖੰਡ ਦੇ ਵਿੱਚ ਚਲਿਆ ਗਿਆ ਉਹ ਮੁੜ ਕੇ ਫਿਰ ਵਾਪਸ ਨਹੀਂ ਆਇਆ ਤੇ ਨਾ ਹੀ ਆ ਸਕਦਾ, ਕਿਉਂਕਿ ਹੈ ਹੀ ਉਹ ਐਸਾ ਦੇਸ਼, ਜਦੋਂ ਨਦੀ ਸਮੁੰਦਰ ਦੇ ਵਿੱਚ ਅਭੇਦ ਹੋ ਗਈ ਫਿਰ ਉਹਦੇ ਵਾਪਸ ਆਉਣ ਦਾ ਕੋਈ ਚਾਂਸ ਰਹਿ ਹੀ ਨਹੀਂ ਜਾਂਦਾ। ਭਗਤ ਕਬੀਰ ਜੀ ਨੂੰ ਵੀ ਇਸ ਅਵਸਥਾ ਦਾ ਅਨੁਭਵ ਹੋਇਆ ਸੀ। ਉਹਨਾਂ ਨੇ ਸਪਸ਼ਟ ਕਹਿ ਦਿੱਤਾ ਸੀ, ਬਹੁਰ ਹਮ ਕਾਹੇ ਆਵਹਿਗੇ, ਆਵਨ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸਮਾਵਹਿਗੇ। ਬਈ ਸਾਨੂੰ ਵਾਹਿਗੁਰੂ ਦਾ ਹੁਕਮ ਸੀ, ਕਰਮਖੰਡ ਦੇ ਵਿੱਚ ਹੁਕਮ ਹੁੰਦਾ ਹੈ, ਭਗਤਾਂ ਨੂੰ ਭੇਜਿਆ ਜਾਂਦਾ ਹੈ, ਅਵਤਾਰਾਂ ਨੂੰ ਭੇਜਿਆ ਜਾਂਦਾ ਹੈ, ਰਿਸ਼ੀਆਂ ਮੁਨੀਆਂ ਨੂੰ ਭੇਜਿਆ ਜਾਂਦਾ ਹੈ, ਜਾਓ ਤੁਸੀਂ ਜਾ ਕੇ ਲੋਕਾਂ ਦਾ ਸੁਧਾਰ ਕਰੋ, ਉਧਾਰ ਕਰੋ। ਪਰ ਸੱਚਖੰਡ ਦੇ ਵਿੱਚ ਕੇਵਲ ਅਕਾਲ ਪੁਰਖ ਹੀ ਹੈ, ਜਿਸ ਨੇ ਹੋਰ ਪਾਸੇ ਨਹੀਂ ਜਾਣਾ, ਹੋਰ ਵਾਸ਼ਨਾਵਾਂ ਮੁੱਕ ਜਾਂਦੀਆਂ ਨੇ ਤੇ ਫਿਰ ਉਹ ਸੱਚਖੰਡ ਦੇ ਵਿੱਚ ਚਲਿਆ ਜਾਂਦਾ ਹੈ। ਉਹ ਸੱਚਖੰਡ ਦੀ ਅਵਸਥਾ ਵਾਲਿਆਂ ਦਾ ਬਾਣੀ ਵਿੱਚ ਸਤਿਗੁਰੂ ਨੇ ਜ਼ਿਕਰ ਕੀਤਾ ਹੈ